तो मैं डॉक्टर साहब दिखाने आई तो MRI कराई हुई सी, तो डॉक्टर साहब कहते तुम्हें ऑपरेशन ही कराना पैना वा। मैं क्या, कई लोग कहते भी तुर फिर नहीं सकते, कहते सब कुछ ठीक रहोगे। ਤੇ ਬਾਅਦ ਅੱਖ ਵੀ ਬਹੁਤ ਸੁੱਜ ਗਈ ਤੇ ਸੀ ਹਰ ਵੇਲੇ ਨਾ ਮੈਂ ਜਿੱਦਾਂ ਟੁਰਦੀ ਫਿਰਦੀ ਸੀ। ਐਕਸੀਡੈਂਟ ਤੋਂ ਬਾਅਦ ਡੋਰਾ ਸਾਹਿਬ ਨੇ ਮੇਰਾ ਨਾ MRI ਕੀਤੀ ਤੇ ਉਹਨਾਂ ਨੇ ਦੱਸਿਆ ਵੀ ਦਿਮਾਗ 'ਚ ਸੋਲੀ ਆ। ਦਿਮਾਗ ਦਾ ਆਪਰੇਸ਼ਨ ਜਿਹੜਾ ਕਿ ਪਹਿਲੇ ਬਹੁਤ ਹੀ ਮੁਸ਼ਕਿਲ, ਬਹੁਤ ਟਫ ਮੰਨਿਆ ਜਾ ਰਿਹਾ ਸੀ, ਲੋਕ ਬਹੁਤ ਹੀ ਡਰਦੇ ਸੀ ਇਸ ਤੋਂ, ਔਰ ਹੁਣ ਇਹ ਪੋਸੀਬਲ ਹੋ ਪਾ ਰਿਹਾ ਹੈ ਕਿਉਂਕਿ ਡਾਕਟਰ ਅਰੋੜਾ ਨਿਊਰੋ ਸਰਜਨ ਤੋਂ ਡਾਕਟਰ ਸੁਖਦੀਪ ਸਿੰਘ ਚਾਵਰ ਜਿਹੜੇ ਕਿ ਇਹ ਸਰਜਰੀ ਬਹੁਤ ਸਕਸੈਸਫੁਲ ਕਰ ਰਹੇ ਨੇ। ਮਿਲਦੇ ਆ ਡਾਕਟਰ ਚਾਵਰ ਨਾਲ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਜਿਵੇਂ ਕਿ ਦਿਮਾਗੀ ਜਿਹੜੀ ਆਪਰੇਸ਼ਨ ਨੇ ਉਹ ਬਹੁਤ ਹੀ ਲੋਕ ਜਿਹੜੇ ਡਰਦੇ ਸੀਗੇ, ਤੇ ਤੁਸੀਂ ਬੜੇ ਰੀਸੈਂਟ ਵੀ ਤੁਸੀਂ ਬਹੁਤ ਸਰਜਰੀਜ਼ ਇਹੋ ਜਿਹੀਆਂ ਕੀਤੀਆਂ ਜਿਹੜੀ ਬਹੁਤ ਕੰਪਲਿਕੇਟਿਡ ਸਰਜਰੀ ਨੂੰ ਬਹੁਤ ਈਜ਼ੀ ਵੇ ਨਾਲ ਕੀਤਾ, ਤੇ ਕੀ ਇਹੋ ਜਿਹੇ ਕੇਸਿਸ ਸੀਗੇ ਔਰ ਉਹਨਾਂ ਬਾਰੇ ਕੁਝ ਐਕਸਪਲੇਨ ਕਰੋ। हाँ जी, देखो जी, दिमाग दे अपने आप च दिमाग अपनी बॉडी का सब तो सेंसिटिव ते मेन ऑर्गन है जी। एक टाइम सी जिहड़ा दिमाग का थल्लड़ा हिस्सा हुंदा जिहनूं असीं स्कल बेस कहने आ, इहनूं नो मैन लैंड कहा जाए। इस एरिए च कोई भी प्रॉब्लम हो जानी, ट्यूमर या होर कुछ ब्रेन हैमरेज, तो ਇੱਥੇ ਸਰਜਰੀ ਪੋਸੀਬਲ ਵੀ ਨਹੀਂ ਸੀ। ਕਹਿ ਦਿੱਤਾ ਜਾਂਦਾ ਸੀ ਕਿ ਮਰੀਜ਼ ਨੂੰ ਘਰ ਜਾ ਕੇ ਸੇਵਾ ਸੂਬਾ ਕਰ ਲਓ, ਪਰ ਜਿੱਦਾਂ ਜਿੱਦਾਂ ਟੈਕਨੀਕਸ ਐਡਵਾਂਸ ਹੋਈਆਂ, ਮਾਈਕਰੋਸਕੋਪ ਹੋਰ ਟੈਕਨੋਲੋਜੀ ਦੀ ਐਡਵਾਂਸ, ਫਿਰ ਇਹ ਸਰਜਰੀਆਂ ਪੋਸੀਬਲ ਹੋ ਗਈਆਂ। ਉਹਦੇ ਲਈ ਪੂਰੀ ਸਕਲ ਖੋਲ੍ਹਣੀ ਪੈਂਦੀ ਸੀ, ਉੱਥੇ ਐਕਸੈਸ ਬਹੁਤ ਡਿਫਿਕਲਟ ਹੁੰਦੀ ਸੀ, ਤੁਹਾਨੂੰ ਨਾੜੀਆਂ ਦੇ ਵਿੱਚ ਜਾਣਾ ਪੈਂਦਾ ਸੀ, ਰਸਤਾ ਬਣਾਉਣਾ ਪੈਂਦਾ ਸੀ, ਕਾਫੀ ਭੰਨ ਤੋੜ ਕਰਨੀ ਪੈਂਦੀ ਸੀ। ਕਈ ਵਾਰ ਤਾਂ ਉੱਥੇ ਪਹੁੰਚਣ ਤੱਕ ਹੀ ਤੁਹਾਨੂੰ 7-8 ਘੰਟੇ ਲੱਗ ਜਾਂਦੇ ਸੀ, ਤੇ ਸਰਜਰੀ ਕਈ ਵਾਰ ਫਿਰ ਅਗਲੇ ਦਿਨ ਕੀਤੀ ਜਾਂਦੀ ਸੀ। ਸੋ ਉਹਦੇ 'ਚ ਲੌਂਗ ਟਰਮ ਪੇਸ਼ੈਂਟ ਨੂੰ ਵੀ ਕਾਫੀ ਨੁਕਸਾਨ ਹੁੰਦੇ ਸੀ ਤੇ ਰਿਕਵਰੀ ਵੀ ਕਾਫੀ ਟਾਈਮ ਲੱਗ ਜਾਂਦਾ ਸੀ। ਬਟ ਹੁਣ ਜਿਹੜੀ ਟੈਕਨੀਕਸ ਹੋਰ ਐਡਵਾਂਸ ਹੋਈਆਂ, ਐਂਡੋਸਕੋਪ, ਦੂਰਬੀਨ ਕਹਿ ਲਓ, ਜਿੱਦਾਂ ਮਿਨੀਮਲੀ ਇਨਵੇਸਿਵ ਟੈਕਨੀਕਸ, ਇਹ ਹੁਣ ਪਹਿਲੀ ਵਾਰ ਇੱਥੇ ਅਸੀਂ ਲੈ ਕੇ ਆਏ ਹਾਂ, ਜਿਹਦੇ ਨਾਲ ਇਹ ਹੋ ਗਿਆ ਕਿ ਹੁਣ ਇਹ ਬਿਨਾਂ ਕੋਈ ਚੀਰੇ ਤੋਂ, ਬਿਨਾਂ ਦਿਮਾਗ ਨੂੰ ਖੋਲ੍ਹਣ ਤੋਂ ਇਹ ਆਪਰੇਸ਼ਨ ਪੋਸੀਬਲ ਹੋ ਗਿਆ ਹੈ। ਜਿਹੜਾ ਅਸੀਂ ਨੱਕ ਦੇ ਥਰੂ ਕਹਿ ਲਓ ਜਾਂ ਹੋਰ ਵੀ ਜਿਹੜੇ ਨੈਚੁਰਲ ਔਰਫਿਸਿਸ ਆ, ਉਹਨਾਂ ਦੇ ਨਾਲ ਅਸੀਂ ਉਹ ਦੂਰਬੀਨ ਨਾਲ ਉਸੇ ਪਹੁੰਚ ਸਕਦੇ ਹਾਂ ਤੇ ਉਹਨੂੰ ਬਿਮਾਰੀ ਨੂੰ ਡੀਲ ਕਰ ਸਕਦੇ। ਕਿਉਂ ਜੀ ਐਸੇ ਤੁਸੀਂ ਜਿਹੜੇ ਇੱਕ ਬਹੁਤ ਡੇਂਜਰਸ ਆਪਰੇਸ਼ਨ ਕਰਨ ਕਹੇ ਜਾਣ ਵਾਲੇ ਜਿਹੜੇ ਕੀਤੇ, ਉਹਨਾਂ ਬਾਰੇ ਕੁਝ ਦੱਸੋ, ਕਿਹੜੇ ਕੇਸਿਸ ਨੇ? ਮੈਂ 2-3 ਕੇਸ ਹਾਈਲਾਈਟ ਕਰਨਾ ਚਾਹੂੰਗਾ। ਇੱਕ ਤਾਂ ਸੀਗਾ ਜਿੱਦਾਂ ਦਿਮਾਗ ਦੇ ਜਿਹੜੀ ਆਪਣੀ ਨਿਗਾਹ ਦੀ, ਆਪਣੀ ਆਪਟਿਕ ਨਰਵ ਸਾਦੇ ਜਿਹੜੀ ਨਿਗਾਹ ਦੀ ਮੇਨ ਨਾੜੀ ਹੁੰਦੀ ਹੈ, ਇਹਦੇ ਪਿੱਛੇ ਦਿਮਾਗ ਦਾ ਬਹੁਤ ਕ੍ਰਿਟੀਕਲ ਏਰੀਆ ਹੁੰਦੀਆਂ, ਸਾਰੀਆਂ ਖੂਨ ਦੀਆਂ ਨਾੜੀਆਂ ਤੇ ਹੋਰ ਦਿਮਾਗ ਦੇ ਕ੍ਰਿਟੀਕਲ ਏਰੀਆ ਇੱਕ ਬਹੁਤ ਨੈਰੋ ਏਰੀਆ 'ਚ ਇਕੱਠੇ ਹੋ ਜਾਂਦੇ ਆ। ਸੋ ਉੱਥੇ ਹੀ ਇਹ ਰਸੌਲੀ ਬਣੀ ਹੋਈ ਸੀ ਜਿਹੜੀ ਦਿਮਾਗ ਦੀ ਝਿੱਲੀ ਤੋਂ ਉੱਠ ਕੇ ਉੱਪਰ ਨੂੰ ਜਾ ਕੇ ਉਹ ਨਾੜੀਆਂ ਨੂੰ ਦਬਾ ਰਹੀ ਸੀ। ਸੋ ਇਹਦੇ ਵਾਸਤੇ ਸਾਡੇ ਲਈ ਵੀ ਬੜਾ ਚੈਲੰਜਿੰਗ ਸੀ ਇਹਨੂੰ ਕਿੱਥੋਂ ਅਪਰੋਚ ਕੀਤਾ ਜਾਵੇ। ਫੈਮਿਲੀ ਨਾਲ ਡਿਸਕਸ ਕੀਤਾ ਤੇ ਉਹਨਾਂ ਨੂੰ ਸਾਰੇ ਪ੍ਰੋਜ਼ ਐਂਡ ਕੌਨਸ ਦੱਸੇ ਦੋਨੋਂ ਅਪਰੋਚ ਦੇ, ਤੇ ਫੈਮਿਲੀ ਨੇ ਆਫ ਕੋਰਸ ਓਲਡ ਏਜ ਸੀ, ਏਜ ਓਲਡ ਹੋਣ ਕਰਕੇ ਅਸੀਂ ਫਿਰ ਇਹਨਾਂ ਦਾ ਮਿਨੀਮਲੀ ਇਨਵੇਸਿਵ ਨੱਕ ਦੇ ਥਰੂ ਇਹ ਸਰਜਰੀ ਕੀਤੀ, ਜਿਸ ਤੋਂ ਬਾਅਦ ਪੇਸ਼ੈਂਟ ਦੀ ਰਿਕਵਰੀ ਕਾਫੀ ਫਾਸਟ ਹੋਈ ਤੇ ਪੇਸ਼ੈਂਟ ਕਾਫੀ ਹੱਦ ਤੱਕ ਆਪਣੀ ਜ਼ਿੰਦਗੀ 'ਚ ਵਾਪਸ ਜਾ ਸਕਿਆ। ਤੇ ਦੂਜਾ ਇੱਦਾਂ ਹੀ ਇੱਕ ਯੰਗ ਬੰਦਾ ਸਾਡੇ ਕੋਲ ਬ੍ਰੇਨ ਹੈਮਰੇਜ ਨਾਲ ਆਇਆ, ਉਹਦੀ ਅੰਦਰ ਪੈਦਾਇਸ਼ੀ ਹੀ ਨਾੜੀਆਂ ਦਾ ਗੁੱਛਾ ਬਣਿਆ ਹੋਇਆ ਸੀ, ਜਿੱਦਾਂ ਕਹਿ ਲਓ ਕਿ ਅਰਥ ਬੋਮ ਟਾਈਪ, ਉੱਥੇ ਵੱਡਾ ਖੂਨ ਦੀ ਰਸੌਲੀ ਸੀ ਨਾੜੀਆਂ ਦੀ। ਇਹ ਨਾੜੀਆਂ ਅਬਨੋਰਮਲ ਹੁੰਦੀਆਂ ਜਿਹੜੀਆਂ ਫਟ ਗਈਆਂ, ਜਿਹਦੇ ਕਰਕੇ ਪੇਸ਼ੈਂਟ ਇੱਕਦਮ ਕੋਮਾ ਦੀ ਹਾਲਤ 'ਚ ਪਹੁੰਚਿਆ ਸਾਡੇ ਕੋਲ। ਉਹਨੂੰ ਐਮਰਜੈਂਸੀ 'ਚ ਉਹਦਾ ਡਾਇਗਨੋਸ ਬਣਾਇਆ ਗਿਆ ਤੇ ਉਹ ਨਾੜੀਆਂ ਦਾ ਗੁੱਛਾ ਵੀ ਪੂਰਾ ਥੋੜ੍ਹੇ ਜਿਹੇ ਏਰੀਏ 'ਚੋਂ ਕੱਢ ਕੇ ਉਹਨੂੰ ਰਿਮੂਵ ਕੀਤਾ ਗਿਆ। ਓਕੇ। ਤੇ ਜਿੱਦਾਂ ਕਿ ਮੈਂ ਪਹਿਲੇ ਵੀ ਕਿਹਾ ਕਿ ਦਿਮਾਗ ਦੀ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ, ਤਾਂ ਲੋਕ ਇੱਕਦਮ ਡਰ ਜਾਂਦੇ ਨੇ ਕਿ ਇਹ ਕੀ ਹੋ ਗਿਆ, ਅਸੀਂ ਤਾਂ ਸ਼ਾਇਦ ਪਤਾ ਨਹੀਂ ਲਾਈਫ ਸਾਡੀ ਕਿਵੇਂ ਰਹੇਗੀ, ਸਰਵਾਈਵਲ ਕਿਵੇਂ ਕਰਾਂਗੇ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕਿ ਮਤਲਬ ਕਿੰਨਾ ਕੁ ਇਹਦੇ ਨਾਲ ਡਰ ਹੈ ਕੋਈ ਆਪਰੇਸ਼ਨ ਸਰਜਰੀ ਜਿਵੇਂ ਹੁੰਦੀ ਹੈ ਤਾਂ? ਹਾਂ ਦੇਖੋ, ਇੱਕ ਟਾਈਮ ਜ਼ਰੂਰ ਇਹਨਾਂ ਦਿਮਾਗ ਨੂੰ ਲੈ ਕੇ ਆਪਰੇਸ਼ਨਸ ਕਾਫੀ ਡਿਫਿਕਲਟ ਹੁੰਦੇ ਸੀ। ਪੇਸ਼ੈਂਟਸ ਦੀ ਸਰਜਰੀ ਤੋਂ ਬਾਅਦ ਵੀ ਆਊਟਕਮ ਕਈ ਵਾਰ ਇੰਨੀ ਵਧੀਆ ਨਹੀਂ ਹੁੰਦੀ ਸੀ। ਸੋ ਉਹਦੇ ਕਰਕੇ ਇੱਕ ਮਨ 'ਚ ਡਰ ਸਾਰਿਆਂ ਦੇ ਬੈਠ ਜਾਂਦਾ ਕਿ ਮੇਰੇ ਦਿਮਾਗ ਨੂੰ ਕੁਝ ਹੋ ਗਿਆ ਤਾਂ ਹੁਣ ਮੈਂ ਕੀ ਕਰਾਂਗਾ, ਮੇਰੀ ਸਾਰੀ ਜ਼ਿੰਦਗੀ ਉੱਥੇ ਹੀ ਰੁਕ ਜਾਵੇਗੀ। ਬਟ ਹੁਣ ਮੈਂ ਇਹ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਜਿਹੜੀਆਂ ਨਵੀਆਂ ਟੈਕਨੀਕਸ ਨੇ, ਹੋਰ ਜਿੱਦਾਂ ਟੈਕਨੋਲੋਜੀ ਵੱਧ ਗਈ ਹੈ, ਅੱਜ ਕੱਲ੍ਹ ਤਾਂ ਅਸੀਂ ਦਿਮਾਗ ਦਾ ਆਪਰੇਸ਼ਨ ਕਰਦੇ ਹਾਂ 6 ਮਹੀਨੇ ਬਾਅਦ ਤੁਸੀਂ ਪਹਿਚਾਣ ਵੀ ਨਹੀਂ ਸਕਦੇ ਕਿ ਇਸ ਬੰਦੇ ਦਾ ਆਪਰੇਸ਼ਨ ਹੋਇਆ ਹੈ ਜਾਂ ਨਹੀਂ ਹੋਇਆ ਹੈ। ਉਹ ਆਪਣੀ ਨੋਰਮਲ ਜ਼ਿੰਦਗੀ ਬਿਤਾ ਰਹੇ ਨੇ। ਕੁਝ ਲੋਕ ਤਾਂ ਇੰਜੀਨੀਅਰ ਆਪਣੀ ਜੋ ਵੀ ਉਹਨਾਂ ਦੀ ਸੀਗੀ ਡਰਾਈਵਿੰਗ ਵੀ ਕਰ ਰਹੇ ਨੇ।
ਜਿਹਦੀ ਜਿਹੜੀ ਉਹਦਾ ਜੋ ਆਪਣਾ ਪੋਸਟ ਸੀਗੀ ਉੱਤੇ ਵਾਪਸ ਜਾ ਤੁਸੀਂ ਇੱਕ ਪੇਸ਼ੈਂਟ ਜਿਨ੍ਹਾਂ ਨੂੰ ਤੁਸੀਂ ਹੁਣ ਮਿਲਾਇਆ ਕਿ ਜਿਨ੍ਹਾਂ ਦੇ ਇੱਕ ਸਿਰਫ 4th ਡੇ ਹੀ ਹੋਏ ਨੇ ਸਰਜਰੀ ਨੂੰ, ਲੇਕਿਨ ਉਹ ਬਿਲਕੁਲ ਹੀ ਇੱਕਦਮ ਤੰਦਰੁਸਤ ਔਰ ਕੋਈ ਇਵਨ ਸਾਈਨ ਵੀ ਨਹੀਂ ਲੱਗ ਰਿਹਾ ਕਿ ਕੁਛ ਇਹਨਾਂ ਦੀ ਸਰਜਰੀ ਵੀ ਹੋਈ ਹੈ ਇਹ ਬਿਊਟੀ ਹੈ ਇਸ ਲੇਟੈਸਟ ਟੈਕਨੀਕਸ ਦੀ। ਔਰ ਆਫ ਕੋਰਸ ਉਹ ਜਿਹੜਾ ਪੇਸ਼ੈਂਟ ਹੈ ਉਹਦੀ ਉਮਰ ਵੀ ਕਾਫੀ 60-65 ਸਾਲ ਹੈ, ਸੀਨੀਅਰ ਹੈ, ਹਾਂਜੀ ਕਾਫੀ ਸੀਨੀਅਰ ਸਿਟੀਜ਼ਨ ਹੈ। ਈਵਨ ਸੀਨੀਅਰ ਸਿਟੀਜ਼ਨਸ ਨਹੀਂ ਤਾਂ ਪਹਿਲਾਂ ਲੋਕਾਂ ਦੇ ਅੰਦਰ ਬਹੁਤ ਡਰ ਹੁੰਦਾ ਕਿ ਮੇਰੀ ਤਾਂ ਉਮਰ ਹੋ ਗਈ, ਹੁਣ ਮੇਰਾ ਤਾਂ ਕੁਝ ਹੋ ਹੀ ਨਹੀਂ ਸਕਦਾ। ਬਟ ਇਹੀ ਹੁਣ ਅੱਜ ਕੱਲ੍ਹ ਤਾਂ ਸਾਡੇ ਕੋਲ ਈਵਨ 90 ਈਅਰਸ ਦੇ ਪੇਸ਼ੈਂਟਸ ਆ ਰਹੇ ਨੇ ਜੋ ਕਿ ਬਿਊਟੀਫੁਲ ਰਿਕਵਰੀ ਹੋ ਜਾਂਦੀ ਹੈ। ਜੀ 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 ਬਿਲਕੁਲ ਡਾਕਟਰ ਚਾਵਲ ਨੇ ਦੱਸਿਆ ਕਿ ਬਹੁਤ ਹੀ ਜੀ ਟੈਕਨੀਕਸ, ਬਹੁਤ ਹੀ ਸਾਇੰਸ ਇੰਨੀ ਕਿ ਐਡਵਾਂਸ ਹੋ ਚੁੱਕੀ ਹੈ ਕਿ ਹੁਣ ਜਿਹੜੀ ਹੈ ਉਹ ਦਿਮਾਗ ਦੀ ਸਰਜਰੀ ਤੋਂ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਡਾਕਟਰ ਸਾਹਿਬ ਤੁਸੀਂ ਦਰਸ਼ਕਾਂ ਨੂੰ ਬਹੁਤ ਵਧੀਆ ਸਾਡੀ ਦੱਸਿਆ ਕਿ ਆਪਰੇਸ਼ਨ ਤੋਂ ਡਰਨਾ ਨਹੀਂ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤੇ ਮੈਂ ਡਾਕਟਰ ਸਾਹਿਬ ਦਿਖਾਉਣ ਆਈ ਤੇ MRI ਕਰਾਈ ਹੋਈ ਸੀਗੀ ਤੇ ਡਾਕਟਰ ਸਾਹਿਬ ਕਹਿੰਦੇ ਤੁਹਾਨੂੰ ਆਪਰੇਸ਼ਨ ਹੀ ਕਰਾਉਣਾ ਪੈਣਾ ਵਾ। ਤੇ ਪਹਿਲਾਂ ਤਾਂ ਮੈਂ ਕਿਹਾ ਵੀ ਸੋਚ ਲੈਂਦੇ ਹਾਂ ਸਰ, ਕਹਿੰਦੇ ਵੀ ਕੋਈ ਤਕਲੀਫ ਨਹੀਂ ਹੋਣੀ, ਕੁਛ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਮੈਂ ਕਿਹਾ ਕਈ ਲੋਕ ਕਹਿੰਦੇ ਵੀ ਤੁਰ ਫਿਰ ਨਹੀਂ ਸਕਦੇ, ਕਹਿੰਦੇ ਸਭ ਕੁਝ ਠੀਕ ਰਹੋਗੇ। ਫਿਰ ਮੈਂ ਮਨ ਬਣਾ ਕੇ ਫਿਰ ਮੈਂ ਕਰਵਾ ਹੀ ਲਿਆ ਆਪਰੇਸ਼ਨ ਤੇ ਹੁਣ ਮੈਂ ਤੁਹਾਡੇ ਸਾਹਮਣੇ ਬਿਲਕੁਲ ਠੀਕ ਠਾਕ ਖੜੀ ਹਾਂ। ਮੈਨੂੰ ਹੋ ਗਏ 1 ਮਹੀਨਾ 17 ਦਿਨ। ਕੀ ਪ੍ਰੋਬਲਮ ਸੀ ਤੁਹਾਨੂੰ? ਮੇਰਾ ਨਾ ਬੇਟਾ ਅੱਖਾਂ 'ਚ ਦਰਦ ਹੁੰਦਾ ਸੀ ਬਹੁਤ ਜ਼ਿਆਦਾ, ਐਕਸੀਡੈਂਟ ਹੋਇਆ ਸੀ, ਅੱਖ ਤੋਂ ਖੂਨ ਜੰਮ ਗਿਆ ਸੀ ਤੇ ਬਾਅਦ ਅੱਖ ਵੀ ਬਹੁਤ ਸੁੱਜ ਗਈ ਤੇ ਹਰ ਵੇਲੇ ਨਾ ਮੈਂ ਜਿੱਦਾਂ ਟੁਰਦੀ ਫਿਰਦੀ ਸੀ ਮੈਨੂੰ ਚੱਕਰ ਆਉਂਦੇ ਸੀ, ਮੈਂ ਜਿੱਥੇ ਦੇਖਦੀ ਸੀ ਗਿਰ ਜਾਂਦੀ ਸੀ। ਤੇ ਐਕਸੀਡੈਂਟ ਤੋਂ ਬਾਅਦ ਡੋਰਾ ਸਾਹਿਬ ਨੇ ਮੇਰਾ ਨਾ MRI ਕੀਤੀ ਤੇ ਉਹਨਾਂ ਨੇ ਦੱਸਿਆ ਵੀ ਦਿਮਾਗ 'ਚ ਸੋਲੀ ਆ ਤੇ ਫਿਰ ਮੇਰਾ ਨੱਕ ਵਾਲਾ ਦੂਰਬੀਨ ਵਾਲਾ ਆਪਰੇਸ਼ਨ ਹੋਇਆ। ਮੈਂ ਠੀਕ ਠਾਕ ਹਾਂ, ਮੈਨੂੰ ਕੋਈ ਵੀ ਤਕਲੀਫ ਨਹੀਂ ਆਈ। ਕਿੰਨੇ ਦਿਨ ਹੋ ਗਏ ਹਾਂਜੀ ਆਪਰੇਸ਼ਨ ਹੋਏ ਨੂੰ? ਕਿੰਨੇ ਦਿਨ? ਚੌਥਾ ਮਹੀਨਾ ਲੱਗਿਆ ਹੋਇਆ। ਹਾਂਜੀ ਚੌਥਾ ਮਹੀਨਾ ਲੱਗਿਆ। ਹਾਂਜੀ। ਤਿੰਨ ਅੱਜ ਦਾ ਜਿਹੜਾ ਸੀ ਕਿ ਬਈ ਪ੍ਰੈਸ ਕਾਨਫਰੰਸ ਜੋ ਬੁਲਾਈ ਜਾ, ਦੇਖੋ ਪ੍ਰੈਸ ਤੇ ਹੋਰ ਜਿੱਦਾਂ ਵੀ ਸੋਸ਼ਲ ਮੀਡੀਆ ਜਾਂ ਹੋਰ ਵੀ ਪ੍ਰਿੰਟ ਮੀਡੀਆ, ਇਹਦੇ ਥਰੂ ਤੁਸੀਂ ਸਾਡੀ ਆਵਾਜ਼ ਬਣ ਕੇ ਹੋਰ ਲੋਕਾਂ ਤੱਕ ਇਹ ਸਾਡਾ ਮੈਸੇਜ ਪਹੁੰਚਾ ਸਕਦੇ ਹੋ, ਜੋ ਕਿ ਬਹੁਤ ਸਮਾਜ ਲਈ ਬਹੁਤ ਹੀ ਲੋੜਵੰਦ ਮੈਸੇਜ ਹੈ। ਨਿਊਰੋ ਸਰਜਰੀ ਆਪਾਂ ਨੂੰ ਪਤਾ ਹੈ ਇੱਕ ਬਹੁਤ ਹੀ ਚੈਲੰਜਿੰਗ ਬ੍ਰਾਂਚ ਹੈ। ਦਿਮਾਗ ਦੀ ਪ੍ਰੋਬਲਮਸ ਆਪਣੇ ਆਪ 'ਚ ਕਾਫੀ ਵੱਧ ਰਹੀਆਂ ਨੇ ਕੋਵਿਡ ਤੋਂ ਬਾਅਦ, ਜਾਂ ਹੋਰ ਜੋ ਸਟ੍ਰੈਸ ਵੱਧ ਰਿਹਾ ਦੁਨੀਆ 'ਚ। ਇਹ ਪਹਿਲਾਂ ਵੀ ਪ੍ਰੋਬਲਮ ਹੁੰਦੀਆਂ ਸੀ, ਪਰ ਹੁਣ ਡਾਇਗਨੋਸਟਿਕ ਸੈਂਟਰ ਵੀ ਕਾਫੀ ਡਿਵੈਲਪ ਹੋ ਗਏ ਆ ਤੇ ਇਹਨਾਂ ਦੀ ਡਿਟੈਕਸ਼ਨ ਰੇਟ ਵੀ ਬਹੁਤ ਵੱਧ ਗਿਆ। ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਜਿਹੜੇ ਸਾਡੇ ਰੇਡੀਓਲੋਜਿਸਟ ਨੇ ਸਾਰੇ ਜਸੂਸ ਨੇ, ਇਹਨਾਂ ਦਾ ਕੰਮ ਆ ਵੀ ਚੋਰ ਨੂੰ ਫੜਨਾ, ਪਰ ਚੋਰ ਨੂੰ ਫੜ ਕੇ ਇਹਨਾਂ ਨੇ ਦੱਸ ਦੇਣਾ ਸਾਨੂੰ, ਫਿਰ ਅਸੀਂ ਅੱਗੇ ਉਹਦਾ ਕੀ ਕਰਨਾ ਕੀ ਨਹੀਂ, ਉਹ ਜਾਂ ਤਾਂ ਡਾਕਟਰ ਸਾਹਿਬ ਮੈਡੀਸਨ ਨਾਲ ਇਲਾਜ ਕਰੋ ਤੇ ਜੇ ਸਰਜਰੀ ਦਾ ਹੋਵੇ ਤਾਂ ਅਸੀਂ ਸਰਜਰੀ ਕਰੀਦੀ ਹੈ। ਸੋ ਇੱਕ ਟੀਮ ਵਰਕ ਸਾਰੇ ਮਿਲ ਜੁਲ ਕੇ ਇਹਨੂੰ ਕਰਦੇ ਆ ਤੇ ਜਿੱਦਾਂ ਹੁਣ ਇਹ ਡਾਇਗਨੋਸਿਸ ਵੱਧ ਰਹੇ ਤੇ ਕਈ ਵਾਰ ਇਦਾਂ ਦੇ ਚੈਲੰਜਿੰਗ ਕੇਸ ਸਾਹਮਣੇ ਆ ਜਾਂਦੇ ਆ ਜਿਨ੍ਹਾਂ ਨੂੰ ਸੋਚਣਾ ਪੈਂਦਾ ਸੀ ਪਹਿਲਾਂ ਇੱਕ ਟਾਈਮ ਜਿਹੜੀ ਇਹ ਤਾਂ ਪੋਸੀਬਲ ਹੀ ਨਹੀਂ ਹੈ। ਜਿਹੜਾ ਸਕਲ ਬੇਸ ਅਸੀਂ ਸਾਦੇ ਜਿਹੜਾ ਦਿਮਾਗ ਦਾ ਥੱਲੜਾ ਹਿੱਸਾ ਹੁੰਦਾ, ਇਹਨੂੰ ਇੱਕ ਤਰ੍ਹਾਂ ਨੋ ਮੈਨ ਲੈਂਡ ਸਾਦੇ ਸੀ ਕਿ ਵੀ ਇੱਥੇ ਤਾਂ ਕੋਈ ਜਾ ਹੀ ਨਹੀਂ ਸਕਦਾ, ਪਹੁੰਚਣਾ ਹੀ ਬਹੁਤ ਮੁਸ਼ਕਲ ਸੀ। ਸਿਰ ਖੋਲੋ, ਦਿਮਾਗ ਦੇ ਥਰੂ ਬਰੀਕ ਨਾੜੀਆਂ, ਖੂਨ ਦੀਆਂ ਨਾੜੀਆਂ, ਉਹਦੇ ਥਰੂ ਜਾ ਕੇ ਫਿਰ ਉਹ ਰਸੌਲੀ ਜਾਂ ਟਿਊਮਰ ਨੂੰ ਜਾਂ ਹੋਰ ਵੀ ਜੋ ਵੀ ਪ੍ਰੋਬਲਮ ਹੋਣੀ ਉਹਦਾ ਇਲਾਜ ਕਰਨਾ ਆਪਣੇ ਆਪ 'ਚ ਹੀ ਬਹੁਤ ਵੱਡਾ ਚੈਲੰਜ ਬਣ ਜਾਂਦਾ। ਬਟ ਜਿੱਦਾਂ ਹੁਣ ਟੈਕਨੋਲੋਜੀ ਡਿਵੈਲਪ ਹੋ ਰਹੀ ਹੈ